ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਸਭ ਤੋਂ ਆਰੰਭ ਦੇ ਵਿੱਚ ਜੋ ਅੱਖਰ ਹਜ਼ੂਰ ਨੇ ਵਰਤਿਆ ਗਿਣਤੀ ਵਾਚਕ ਇੱਕ ਉਚਾਰਨ ਹੈ ਇੱਕ ਓੰਕਾਰ। ਇਸ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡ ਕੇ ਆਪਾਂ ਪੜ੍ਹਦੇ ਹਾਂ। ਪਹਿਲਾਂ ਤੇ ਗਿਣਤੀ ਵਾਚਕ ਇੱਕ, ਫਿਰ ਹੈ ਓੰਗ, ਤੇ ਫਿਰ ਇਹਦੇ ਉੱਤੇ ਗੁਰੂ ਸਾਹਿਬ ਜੀ ਦੇ ਵੱਲੋਂ ਜੋ ਲਕੀਰ ਦੇ ਰੂਪ ਦੇ ਵਿੱਚ ਇੱਕ ਇਸ਼ਾਰਾ ਵਰਤਿਆ ਗਿਆ, ਉਸ ਨੂੰ ਆਪਾਂ ਪੜ੍ਹਦੇ ਹਾਂ ਕਾਰ। ਇੱਕ ਓੰਕਾਰ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੱਲੋਂ ਜੋ ਇਹ ਬਖਸ਼ਿਸ਼ ਕੀਤੀ ਗਈ ਹੈ, ਸਭ ਤੋਂ ਵਿਲੱਖਣ ਤੇ ਵੱਡੀ ਵਿਚਾਰ ਆਪਣੇ ਆਪ ਦੇ ਵਿੱਚ ਇਹੀ ਹੈ ਕਿ ਦੁਨੀਆ ਦੇ ਵਿੱਚ ਜਦੋਂ ਕੋਈ ਵੀ ਜੀਵ ਜੰਤ ਹੈ ਜਾਂ ਕੁਝ ਵੀ ਆਕਾਰ, ਹਵਾ, ਪਾਣੀ, ਚੰਦ, ਸੂਰਜ, ਇਹਦੇ ਵਿੱਚ ਜੋ ਸਾਡੀ ਸਾਂਝ ਹੈ ਉਹ ਆਵਾਜ਼ ਦੇ ਨਾਲ ਹੈ, ਸ਼ਬਦਾਂ ਦੇ ਨਾਲ ਹੈ। ਤੇ ਇਹ ਸ਼ਬਦਾਂ ਦੇ ਨਾਲ ਹੀ ਸਾਨੂੰ ਗਿਆਨ ਹੁੰਦਾ ਹੈ। ਤੇ ਇਸ ਗਿਆਨ ਦੇ ਵਿੱਚ ਤਿੰਨ ਤਰੀਕਿਆਂ ਦੇ ਨਾਲ ਇਨਸਾਨ ਗਿਆਨ ਦੇ ਨਾਲ ਸਾਂਝ ਪਾਉਂਦਾ ਹੈ। ਇੱਕ ਹੈ ਜੋ ਅੱਖਰਾਂ ਦੇ ਵਿੱਚ ਲਿਖੀ ਹੋਈ ਕੋਈ ਵੀ ਲਿਪੀ, ਭਾਸ਼ਾ, ਜਿਹੜੀ ਕਿ ਅੱਖਰਾਂ ਵਿੱਚ ਹੁੰਦੀ ਹੈ, ਜਿਵੇਂ ਗੁਰਮੁਖੀ ਲਿਪੀ ਦੇ ਅੱਖਰ ਊੜਾ, ਆੜਾ, ਈੜੀ, ਸੱਸਾ, ਹਾਹਾ, ਜਾਂ ਹਿੰਦੀ ਦੇ ਕੱਕਾ, ਖਾ, ਗਾ, ਜਾਂ ਅੰਗਰੇਜ਼ੀ ਦੇ ABC। ਉਹ ਹੋ ਗਈ ਲਿਪੀ, ਉਹ ਹੋ ਗਈ ਭਾਸ਼ਾ, ਉਹ ਹੋ ਗਏ ਅੱਖਰ। ਇਹਨਾਂ ਅੱਖਰਾਂ ਦੇ ਜ਼ਰੀਏ ਆਪਾਂ ਸਾਂਝ ਪਾਉਂਦੇ ਹਾਂ ਇੱਕ ਦੂਜੇ ਦੇ ਨਾਲ। ਆਪੋ ਆਪਣੇ ਇਲਾਕੇ ਦੇ ਅਨੁਸਾਰ ਆਪੋ ਆਪਣੇ ਸਮੇਂ ਬਣਾਈ ਹੋਈ ਲਿਪੀ ਹੈ। ਤਿੰਨ ਤਰੀਕਿਆਂ ਦੇ ਨਾਲ ਮਨੁੱਖ ਇੱਕ ਦੂਜੇ ਨਾਲ ਗਿਆਨ ਦੀ ਸਾਂਝ ਪਾਉਂਦਾ ਹੈ, ਵਿਚਾਰ ਵਟਾਂਦਰਾ ਕਰਦਾ ਹੈ, ਜਾਣਕਾਰੀ ਇੱਕ ਦੂਜੇ ਨਾਲ ਸਾਂਝੀ ਕੀਤੀ ਜਾਂਦੀ ਹੈ। ਇੱਕ ਤੇ ਆਪਾਂ ਵਿਚਾਰਿਆ ਵੀ ਅੱਖਰਾਂ ਦੇ ਰੂਪ ਦੇ ਵਿੱਚ। ਦੂਜਾ ਤਰੀਕਾ ਹੈ ਗਿਣਤੀ ਦੇ ਰੂਪ ਦੇ ਵਿੱਚ, 1 2 3 4, 1 ਤੋਂ ਲੈ ਕੇ 9 ਤੱਕ, ਤੇ ਫਿਰ 0 ਦੀ ਵੀ ਖੋਜ ਹੋ ਗਈ, 0। ਇਹ ਤਾਂ ਗਿਣਤੀ ਹੈ। ਗਿਣਤੀ ਤੇ ਫਿਰ ਅੱਖਰ। ਤੀਜਾ ਸਾਡਾ ਤਰੀਕਾ ਹੁੰਦਾ ਇਸ਼ਾਰਾ। ਜਿਵੇਂ ਸੜਕ ਤੇ ਜਾਈਏ ਤੇ ਉੱਥੇ ਤੀਰ ਬਣਿਆ ਹੋਇਆ, ਕੋਈ ਇਸ਼ਾਰਾ ਹੈ, ਲਿਖਿਆ ਉਹਦੇ ਵਿੱਚ ਕੁਝ ਵੀ ਨਹੀਂ। ਨਾ ਉਹ ਬੋਰਡ ਬੋਲਦਾ ਹੀ ਹੈ, ਨਾ ਉਹ ਤੀਰ ਬੋਲਦਾ ਹੈ। ਸਾਨੂੰ ਇਸ਼ਾਰਿਆਂ ਦਾ ਵੀ ਪਤਾ ਹੈ। ਨਾ ਉਹ ਕੋਈ ਅੱਖਰ ਹੈ, ਨਾ ਤੇ ਉਹ 1 2 3 ਹੈ, ਨਾ ਊੜਾ ਆੜਾ, ਨਾ ਕੱਕਾ ਖੱਖਾ, ਨਾ ਹੀ ਉਹ ABCD ਹੈ। ਇਸ਼ਾਰਾ ਕੋਈ ਵੀ ਬਣਿਆ ਹੋਇਆ ਤਾਂ ਉਹ ਵੀ ਵੇਖ ਕੇ ਸਾਨੂੰ ਗਿਆਨ ਹੋ ਜਾਂਦਾ। ਤਾਂ ਇਨਸਾਨਾਂ ਦਾ ਜੋ ਗਿਆਨ ਇੱਕ ਦੂਜੇ ਨਾਲ ਸਾਂਝਾ ਕਰਨ ਦਾ ਮੂਲ ਇੱਕ ਕੇਂਦਰ ਹੈ, ਉਹ ਹਨ ਤਿੰਨ ਤਰੀਕੇ। ਇਉਂ ਕਹਿ ਲਓ ਕਿ ਤਿੰਨਾਂ ਰੂਪਾਂ ਦੇ ਵਿੱਚ ਅਸੀਂ ਵਿਚਾਰ ਇੱਕ ਦੂਜੇ ਨਾਲ ਸਾਂਝੀ ਕਰਦੇ ਹਾਂ। ਇੱਕ ਗਿਣਤੀ ਵਾਚਕ, ਦੂਜਾ ਅੱਖਰਾਂ ਦੇ ਰੂਪ ਦੇ ਵਿੱਚ ਕੋਈ ਵੀ ਲਿਪੀ, ਕੋਈ ਵੀ ਭਾਸ਼ਾ, ਦੁਨੀਆ ਦੇ ਕੋਈ ਵੀ ਅੱਖਰ, ਤੀਜੇ ਇਸ਼ਾਰੇ। ਤੇ ਹੁਣ ਇਹ ਤਿੰਨ ਹੀ ਵਰਤੇ ਜਾਂਦੇ ਨੇ। ਗੁਰੂ ਨਾਨਕ ਪਾਤਸ਼ਾਹ ਜੀ, ਉਹਨਾਂ ਦੀ ਇਹ ਪ੍ਰਤੱਖ ਕਰਾਮਾਤ ਕਹੀਏ ਜਾਂ ਇੰਜ ਆਖੀਏ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਕਿ ਉਸ ਨਿਰੰਕਾਰ ਦਾ ਰੂਪ ਨੇ ਕਿ ਇੱਕ ਓੰਕਾਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਤਿੰਨੇ ਹੀ ਚੀਜ਼ਾਂ ਵਰਤੀਆਂ। ਤਿੰਨ ਹੀ ਤਰੀਕੇ ਨੇ ਦੁਨੀਆ ਦੇ ਵਿੱਚ ਗਿਆਨ ਸਾਂਝਾ ਕਰਨ ਲਈ, ਵਿਚਾਰ ਵਟਾਂਦਰੇ ਲਈ, ਇੱਕ ਦੂਜੇ ਨਾਲ ਗੱਲਬਾਤ ਕਰਨ ਲਈ। ਜੇ ਕੋਈ ਗੂੰਗਾ ਵੀ ਹੈ, ਬੋਲਾ ਵੀ ਹੈ,
ਤਾਂ ਇਸ਼ਾਰਿਆਂ ਦੇ ਨਾਲ ਗੱਲ ਹੁੰਦੀ, ਇਸ਼ਾਰਿਆਂ ਦੇ ਨਾਲ ਜਾਂ ਲਿਖ ਕੇ ਅੱਖਰਾਂ ਦੇ ਨਾਲ ਜਾਂ ਗਿਣਤੀ ਦੇ ਵਿੱਚ। ਇਹੀ ਢੰਗ ਨੇ, ਇਸ ਤੋਂ ਬਾਅਦ ਕੋਈ ਹੋਰ ਐਸਾ ਢੰਗ ਤਰੀਕਾ ਨਹੀਂ ਜਿਹਦੇ ਰਾਹੀਂ ਆਪਾਂ ਕਹੀਏ ਕਿ ਗੱਲਬਾਤ ਹੋ ਸਕੇ। ਸੋ ਮਨੁੱਖਤਾ ਦੇ ਵਿੱਚ ਇਹ ਤਿੰਨ ਚੀਜ਼ਾਂ ਪ੍ਰਚਲਿਤ ਨੇ, ਤਿੰਨ ਹੀ ਸਿਰਮੌਰ ਨੇ, ਤੇ ਨਾਨਕ ਜੀ ਨੇ ਇੱਕ ਓੰਕਾਰ ਦੇ ਵਿੱਚ ਹੀ ਤਿੰਨਾਂ ਨੂੰ ਪਰੋ ਦਿੱਤਾ। ਇਹ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਡਿਆਈ, ਜੋ ਆਪਾਂ ਸਾਂਝ ਪਾਈ ਸੀ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ 15 ਨਵੰਬਰ ਦਾ, ਤੇ ਉਹ ਵਿਚਾਰਾਂ ਨਾਲ ਹੀ ਆ ਜਾਣੀਆਂ ਆਪ ਮੁਹਾਰੇ, ਕਿਉਂਕਿ ਨਾਨਕ ਜੀ ਦੀ ਹੀ ਰਚਨਾ, ਨਾਨਕ ਜੀ ਦੀ ਹੀ ਬਾਣੀ। ਤੇ ਬਾਕੀ ਗੁਰੂ ਸਾਹਿਬਾਨ ਦੀ ਵੀ ਚਾਹੇ ਬਾਣੀ ਹੈ ਤੇ ਸ਼ਬਦ ਉੱਥੇ ਵੀ ਨਾਨਕ ਹੀ ਹੈ, ਨਾਨਕ ਜੀ ਦੀ ਹੀ ਜੋਤ, ਜੋ ਆਪਾਂ ਪਿਛਲੀ ਬਾਣੀ ਦੇ ਵਿੱਚ ਸਾਰੀ ਵਿਚਾਰ ਕੀਤੀ। ਸੋ ਇੱਥੇ ਬਣਤਰ ਹੈ, ਪਹਿਲਾਂ ਵੇਖੋ ਗਿਣਤੀ ਵਾਚਕ ਹੈ ਏਕਾ, ਇੱਕ, ਫਿਰ ਊੜਾ ਖੁੱਲੇ ਮੂੰਹ ਵਾਲਾ, ਤਾਂ ਕਰਕੇ ਉਸ ਨੂੰ ਉਹ ਪੜਿਆ ਜਾਣਾ, ਤੇ ਉਹਦੇ ਉੱਤੇ ਬਣਾ ਦਿੱਤੀ ਕਾਰ, ਗਿਣਤੀ ਵਾਚਕ ਵੀ ਆ ਗਿਆ। ਫਿਰ ਇਸ ਤੋਂ ਬਾਅਦ ਆ ਗਿਆ ਅੱਖਰ, ਜੋ ਕੋਈ ਲਿਪੀ, ਜਿਵੇਂ ਇੱਥੇ ਗੁਰਮੁਖੀ, ਗੁਰਮੁਖੀ ਲਿਪੀ ਦਾ ਊੜਾ, ਤੇ ਉਸ ਤੋਂ ਉੱਤੇ ਆ ਗਈ ਕਾਰ। ਹੁਣ ਕਾਰ ਦੇ ਵਿੱਚ ਲਿਖਿਆ ਕਿਤੇ ਨਹੀਂ ਹੈ, ਕੱਕਾ ਕੰਨਾ ਤੇ ਰਾਰਾ ਨਹੀਂ ਲਿਖਿਆ, ਇਹ ਹੈ ਲਕੀਰ ਹੀ। ਜਦੋਂ ਇੱਕ ਓਂਕਾਰ ਪਾਇਆ ਜਾਂਦਾ ਤੇ ਉਹਦੇ ਉੱਤੇ ਲਕੀਰ ਹੈ, ਉਹ ਘੁੰਮਿਆ ਹੋਇਆ ਨਿਸ਼ਾਨ, ਉਹ ਇਸ਼ਾਰਾ, ਜਿਸ ਦਾ ਅਰਥ ਕੀਤਾ ਜਾਂਦਾ ਇੱਕ ਰਸ ਲਗਾਤਾਰ। ਹੁਣ ਇਸ ਵਿਚਾਰ ਦਾ ਜੋ ਸਿੱਟਾ ਹੈ, ਜਿਹਨੂੰ ਆਪਾਂ ਕਹਿੰਦੇ ਗੁਰੂ, ਗੁਰੂ ਤੋਂ ਬਿਨਾਂ ਗਿਆਨ ਨਹੀਂ, ਤੇ ਐਸਾ ਕਿਵੇਂ ਹੋ ਗਿਆ, ਕਿਵੇਂ ਤੈਅ ਹੋਵੇ ਕਿ ਅਸੀਂ ਇੰਜ ਤੇ ਨਹੀਂ ਪੜ੍ਹਦੇ ਕਿ ਇੱਕ ਤੇ ਊੜਾ, ਜਾਂ ਕਹਿ ਲਓ ਕਿ ਉਹ ਪੜ੍ਹ ਲਓ, ਤੇ ਫਿਰ ਇੰਜ ਨਹੀਂ ਆਖਦੇ ਵੀ ਲਕੀਰ, ਜਾਂ ਇੰਜ ਵੀ ਨਹੀਂ ਕਹਿੰਦੇ ਇੱਕ ਉਹ, ਤੇ ਫਿਰ ਅੱਗੇ ਸਤਨਾਮ ਨਹੀਂ ਕਹਿੰਦੇ, ਇੱਕ ਓੰਕਾਰ ਕਹਿੰਦੇ ਆ, ਲਿਖਿਆ ਨਹੀਂ ਹੈ। ਜਿਹੜੇ ਇਸ ਗੱਲ ਤੇ ਵਿਚਾਰ ਜਾਂ ਕਿੰਤੂ ਪਰੰਤੂ ਵੀ ਕਈ ਕਰ ਲੈਂਦੇ ਵੀ ਅਸੀਂ ਤੇ ਉਹੀ ਕਰਨਾ ਜੋ ਵਿੱਚ ਲਿਖਿਆ, ਕਿ ਜਿਵੇਂ ਅੱਖਰ ਲਿਖਿਆ ਵੀ ਆਪਣੇ ਕੋਲੋਂ ਨਹੀਂ ਕੁਝ ਲਾਉਣਾ। ਭਈ ਇਹ ਗਿਆਨ ਹੈ, ਗੁਰਬਾਣੀ ਹੈ, ਹਜੂਰ ਨੇ ਮਹਿਲਾ ਪੂਰਾ ਵੀ ਲਿਖਿਆ, ਮੰਮਾ ਹਾਹਾ ਲੱਲਾ ਕੰਨਾ, ਤੇ ਫਿਰ ਉਸ ਨੂੰ ਛੋਟੇ ਰੂਪ ਦੇ ਵਿੱਚ ਵੀ ਲਿਖਿਆ, ਕੱਲਾ ਮਮਾ ਅੱਖਰ ਪਾਇਆ ਤੇ ਨਾਲ ਦੋ ਬਿੰਦੀਆਂ ਲਾਈਆਂ। ਹੁਣ ਪੜ੍ਹਦੇ ਉਸ ਨੂੰ ਵੀ ਆਪਾਂ ਮਹਿਲਾ ਹੀ ਆ, ਐਸਾ ਨਹੀਂ ਕਿ ਉਸ ਨੂੰ ਆਪਾਂ ਕਹੀਏ ਕਿ ਮਾਂ ਪੜ੍ਹਨਾ ਹੈ ਜੀ ਆਪਾਂ, ਤੇ ਜੋ ਗੁਰੂ ਸਾਹਿਬ ਜੀ ਨੇ ਲਿਖ ਦਿੱਤਾ ਉਹੀ ਕਹਿਣਾ ਹੈ ਮਾਂ, ਤੇ ਫਿਰ ਦੋ ਬਿੰਦੀਆਂ ਵੀ ਅਸੀਂ ਨਹੀਂ ਹੋਰ ਬੋਲਣਾ। ਉਹ ਵਿਚਾਰ ਜਿਹੜੀ ਆਪਾਂ ਕਹਿੰਦੇ ਕਿ ਜੇ ਸੋਚ ਦਾ ਦਾਇਰਾ ਛੋਟਾ ਹੈ, ਜਾਂ ਜਿਸ ਨੇ ਗਿਆਨ ਵਾਲੀ ਗੱਲ ਨੂੰ ਅੰਦਰ ਵਸਾਉਣਾ ਹੀ ਨਹੀਂ, ਸਵਾਲ ਜਵਾਬ ਤੇ ਕਿੰਤੂ ਪਰੰਤੂ ਹੀ ਕਰਨੇ ਨੇ, ਤੇ ਫਿਰ ਐਸੀਆਂ ਬੜੀਆਂ ਗੱਲਾਂ ਨੇ ਜਿਹਦੇ ਤੇ ਕਰੀ ਜਾਓ ਕੋਈ ਤੱਤ ਨਹੀਂ ਹੈ। ਵਿਚਾਰ ਉੱਥੇ ਇਹ ਵੀ ਨਾਲ ਹੀ ਆ ਜਾਣੀ ਕਿ ਜੋ ਗੁਰੂ ਸਾਹਿਬ ਜੀ ਸਿੱਖਿਆ ਦਿੰਦੇ ਨੇ, ਜੋ ਉਪਦੇਸ਼ ਦਿੱਤਾ, ਭਾਈ ਭਾਵੇਂ ਮਹੱਲਾ ਕਹਿ ਲਓ, ਭਾਵੇਂ ਨਾਮ ਹੀ ਕਹੋ, ਤੱਤ ਦੀ ਗੱਲ ਤੇ ਹੋਈ, ਗੁਰਪੁਰਬ ਮਨਾਓ ਭਾਵੇਂ ਨਾ ਮਨਾਓ, ਲੰਗਰ ਵਰਤਾਲੋ ਭਾਵੇਂ ਨਾ ਵਰਤਾਲੋ, ਭਾਵੇਂ ਤੁਸੀਂ ਗੁਰਦੁਆਰਾ ਪੱਕਾ ਬਣਾ ਲਓ ਕੱਚਾ ਬਣਾ ਲਓ, ਇਮਾਰਤ ਵੱਡੀ ਬਣਾਓ ਛੋਟੀ ਬਣਾਓ, ਸੋਨਾ ਲਾ ਲਓ ਨਾ ਲਾ ਲਓ। ਵਿਚਾਰ ਤੇ ਇਹ ਇੱਥੇ ਖਲੋਤੀ ਹੈ ਨਾ ਕਿ ਜੋ ਹਜੂਰ ਦੀ ਬਾਣੀ ਹੈ, ਗੁਰੂ ਹੈ ਬਾਣੀ, ਤੇ ਬਾਣੀ ਨੂੰ ਵਿਚਾਰਨਾ, ਬਾਣੀ ਨੂੰ ਪੜ੍ਹਨਾ, ਤੇ ਇਸ ਦੀ ਵਿਚਾਰ ਦੇ ਲਈ, ਇਸ ਗਿਆਨ ਨੂੰ ਸਾਂਝਾ ਕਰਨ ਦੇ ਲਈ ਕਿੰਨਾ ਕੁ ਉਪਰਾਲਾ ਹੈ, ਇਹਦੇ ਲਈ ਕਿੰਨਾ ਕੁ ਧਨ ਖਰਚਿਆ ਜਾਂਦਾ ਹੈ, ਕਿੰਨੀਆਂ ਕੁ ਇਮਾਰਤਾਂ ਇਹੋ ਜਿਹੀਆਂ ਬਣੀਆਂ, ਕਿੰਨੇ ਕੁ ਐਸੇ ਪੜ੍ਹੇ ਲਿਖੇ ਵਿਦਵਾਨ ਲਿਆਂਦੇ ਗਏ, ਜਾਂ ਜਿਨ੍ਹਾਂ ਨੂੰ ਖਰਚ ਦਿੱਤਾ ਗਿਆ ਕਿ ਹਾਂ ਭਾਈ ਇਹ ਮੁੱਖ ਕੰਮ ਹੈ ਸਾਡਾ, ਇਹ ਗੁਰੂ ਸਾਹਿਬ ਦੀ ਸੱਚੀ ਸੇਵਾ ਹੈ, ਤੇ ਇਹਦੇ ਤੇ ਅਸੀਂ ਜ਼ੋਰ ਲਾਵਾਂਗੇ। ਕੋਈ ਉਹਦੇ ਤੇ ਇੰਨਾ ਜ਼ੋਰ ਨਹੀਂ ਜਿੰਨਾ ਜ਼ੋਰ ਕੱਲਾ ਢਿੱਡ ਤੇ ਹੈ। ਢਿੱਡ ਨੂੰ ਜਿਹੜੀ ਖੁਰਾਕ ਚਾਹੀਦੀ ਉਹਦੇ ਤੇ ਸਾਰਾ ਜ਼ੋਰ ਹੈ। ਜਾਂ ਅੱਖਾਂ ਨੂੰ ਜੋ ਚਾਹੀਦਾ, ਇਮਾਰਤ ਸੋਹਣੀ ਬਣੇ, ਸੋਨਾ ਲੱਗ ਜਾਏ, ਚਮਕੇ, ਫੁੱਲ ਸੋਹਣੇ ਦਿਖਣ, ਲਾਈਟਾਂ ਲੱਗ ਜਾਣ,
ਇੰਜ ਹੋ ਜਾਏ ਉਂਝ ਹੋ ਜਾਏ। ਵਿਚਾਰ ਵੱਲ ਆਪਾਂ ਵਾਪਸ ਆ ਜਾਈਏ, ਜ਼ਿਆਦਾ ਬਾਹਰ ਨਾ ਜਾਈਏ। ਹੁਣ ਤੱਤ ਦੀ ਗੱਲ ਦੋਵਾਂ ਰੂਪਾਂ 'ਚ ਹੀ ਆਪਾਂ ਵਿਚਾਰ ਲਈ ਕਿ ਠੀਕ ਹੈ, ਜੋ ਵਿਚਾਰ ਲਿਖੀ ਹੈ ਉਹਦੇ ਲਈ ਗਿਆਨ ਹੋਣਾ ਚੰਗੀ ਗੱਲ ਹੈ, ਹੋਣਾ ਚਾਹੀਦਾ ਹੈ। ਜਦੋਂ ਬਾਕੀ ਚੀਜ਼ਾਂ ਦਾ ਸਾਨੂੰ ਪਤਾ ਹੈ, ਜਿਹਦੇ ਵਿੱਚ ਆਪਾਂ ਸੌਖੀ ਉਦਾਹਰਣ ਅਜੋਕੇ ਸਮੇਂ ਦੀ ਆਪਾਂ ਵਰਤਦੇ ਹੁੰਦੇ ਆ ਕਿ ਭਾਈ ਫੇਸਬੁੱਕ ਨੂੰ ਤੇ ਫਾਸਬੁੱਕ ਨਹੀਂ ਕਹਿੰਦੇ, ਮੋਬਾਈਲ ਨੂੰ ਤੇ ਸਿੱਧਾ ਬੋਲ ਲੈਂਦੇ ਨੇ। ਜਦੋਂ ਗੱਲ ਆਉਂਦੀ ਹੈ ਬਾਣੀ ਦੀ ਤੇ ਉੱਥੇ ਮਨੁੱਖ ਇਹ ਨਾ ਕਹੇ ਕਿ ਮੈਂ ਨਹੀਂ ਸਿੱਖਣੀ। ਭਾਵ ਜੋ ਆਪਾਂ ਵਿਚਾਰ ਰਹੇ ਹਾਂ, ਕੁਝ ਨੁਕਤੇ ਨਹੀਂ ਸਮਝ ਆ ਰਹੇ ਤੇ ਸਤਿਗੁਰੂ ਜੀ ਨਾਰਾਜ਼ ਨਹੀਂ ਹੋਣ ਲੱਗੇ, ਚੰਗੀ ਗੱਲ ਹੈ ਮਨੁੱਖ ਬਾਣੀ ਪੜ੍ਹੇ। ਹੋਰ ਜ਼ਿਆਦਾ ਚੰਗੀ ਗੱਲ ਕਿ ਜਿਹੜੀ ਗੁਰਮੁਖੀ ਹੈ, ਊੜਾ ਐੜਾ ਉਹ ਤੇ ਪੜ੍ਹਨਾ ਆਵੇ, ਗੁਰਬਾਣੀ ਪੜ੍ਹਨੀ ਆਵੇ। ਸਿੱਖੇ ਮਨੁੱਖ ਕੋਸ਼ਿਸ਼ ਕਰੇ, ਯਤਨ ਕਰੇ। ਇਹਦਾ ਇਹ ਭਾਵ ਨਹੀਂ ਜੋ ਆਪਾਂ ਸਾਂਝ ਪਾਈ ਕਿ ਹੁਕਮ ਮੰਨਣਾ ਤੇ ਜੋ ਲਿਖਿਆ ਹੈ, ਭਾਵੇਂ ਆਪਾਂ ਸਾਂਝੇ ਪਾਰੇ ਸਾਂ ਕਿ ਮਹੱਲੇ ਨੂੰ ਹੁਣ ਨਾ ਤੁਸੀਂ ਮਹੱਲਾ ਕਹੀ ਜਾਓ, ਮਹਿਲਾ ਕਹੀ ਜਾਓ। ਕੋਈ ਕਹੇ ਜੀ ਮਹੱਲਾ ਕਹਿਣਾ ਹੈ, ਕੋਈ ਕਹੇ ਮਹੱਲਾ ਕਹਿਣਾ ਹੈ, ਕੋਈ ਕਹੇ ਜ਼ੋਰ ਦੇਣਾ, ਕੋਈ ਕਹੇ ਨਹੀਂ ਦੇਣਾ, ਕੋਈ ਕਹੇ ਵਾਹਿਗੁਰੂ ਕਹਿਣਾ, ਕੋਈ ਕਹੇ ਨਹੀਂ ਜੀ ਵਾਹਿਗੁਰੂ ਕਹਿਣਾ, ਕੋਈ ਕਹੇ ਜੀ ਅੱਧਾ ਅੱਧਾ ਕਹਿਣਾ। ਤੱਤ ਤੇ ਫਿਰ ਉੱਥੇ ਹੀ ਰਹਿ ਗਿਆ ਕਿ ਜੋ ਸਿੱਖਿਆ ਦਿੱਤੀ, ਭਾਈ ਵਿਕਾਰ ਛੱਡ, ਜੀਵਨ ਚੰਗਾ ਬਣਾ, ਮਾਇਆ ਦਾ ਮੋਹ ਤਿਆਗ ਦੇ, ਉੱਥੇ ਆ ਕੇ ਤੇ ਵਿਚਾਰ ਸਾਰੀ ਹੀ ਪਿੱਛੇ ਰਹਿ ਗਈ ਨਾ। ਸੋ ਇਹਦਾ ਇਹ ਵੀ ਭਾਵ ਨਹੀਂ ਕਿ ਅਸੀਂ ਅਕਲਮੰਦ ਨਾ ਹੋਈਏ, ਸਾਨੂੰ ਸੋਝੀ ਨਾ ਹੋਵੇ, ਜਾਂ ਅਸੀਂ ਬਾਣੀ ਬਿਲਕੁਲ ਹੀ ਗਲਤ ਪੜ੍ਹੀ ਜਾਈਏ। ਪੜ੍ਹਨੀ ਚੰਗੀ ਸਹੀ ਢੰਗ ਨਾਲ ਪੜ੍ਹਨੀ ਚਾਹੀਦੀ। ਸੋ ਇੱਥੇ ਜੋ ਵਿਚਾਰ ਹੈ ਸਾਂਝ ਆਪਾਂ ਇੱਥੋਂ ਪਾਈ ਕਿ ਕਾਰ ਕੱਕਾ ਕੰਨਾ ਤੇ ਰਾਰਾ ਲਿਖਿਆ ਨਹੀਂ ਹੋਇਆ, ਪਰ ਫਿਰ ਵੀ ਅਸੀਂ ਕਹਿਣਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਹੈ ਦੱਖਣੀ ਓੰਕਾਰ, ਤੇ ਗੁਰੂ ਨਾਨਕ ਪਾਤਸ਼ਾਹ ਜੀ ਉਸ ਵਿੱਚ ਆਖਦੇ ਨੇ ਓੰਕਾਰ ਬ੍ਰਹਮਾ ਉਤਪਤ, ਉੱਥੇ ਪੂਰਾ ਲਿਖਿਆ ਓੰਕਾਰ। ਉੱਥੇ ਊੜਾ ਖੁੱਲੇ ਮੂੰਹ ਵਾਲਾ ਐੜਾ ਤੇ ਕੱਕਾ ਤੇ ਕੰਨਾ ਤੇ ਰਾਰਾ ਓੰਕਾਰ ਅੱਖਰਾਂ ਦੇ ਵਿੱਚ ਲਿਖਿਆ ਓੰਕਾਰ ਬ੍ਰਹਮਾ ਉਤਪਤ ਓੰਕਾਰ। ਹਜੂਰ ਕਹਿੰਦੇ ਓੰਕਾਰ ਕੀਆ ਜਿਨ ਚਿੱਤ, ਓੰਕਾਰ ਬੇਦ ਨਿਰਮਏ, ਓੰਕਾਰ ਸ਼ੈਲ ਜੁਗ ਭਏ। ਓੰਕਾਰ ਤੋਂ ਕਹਿੰਦੇ ਬ੍ਰਹਮਾ ਦੀ ਉਤਪਤੀ, ਕਿਉਂਕਿ ਅਨਮਤੀਆਂ ਦੀ ਵਿਚਾਰ ਜਾਂ ਨਾਨਕ ਜੀ ਤੋਂ ਪਹਿਲਿਆਂ ਦਾ ਖਿਆਲ ਇਥੋਂ ਤੱਕ ਹੀ ਸੀ ਕਿ ਬ੍ਰਹਮਾ ਨੇ ਜਗਤ ਉਪਾਇਆ। ਗੁਰੂ ਸਾਹਿਬ ਜੀ ਬਾਣੀ 'ਚ ਕਹਿੰਦੇ ਨੇ ਕਿ ਬ੍ਰਹਮਾ ਨੂੰ ਵੀ ਪੈਦਾ ਕਰਨ ਵਾਲਾ ਕੋਈ ਹੈ, ਉਹਦੀ ਗੱਲ ਹੈ ਇੱਕ ਓੰਕਾਰ, ਵੀ ਇੱਕ ਉਹ ਅਕਾਲ ਪੁਰਖ ਵਾਹਿਗੁਰੂ। ਖੈਰ ਇਹ ਇਸ ਅਰਥਾਂ 'ਚ ਆਪਾਂ ਨਾ ਜਾਈਏ ਕਿ ਉਹ ਵਿਸ਼ੇ ਤੋਂ ਫਿਰ ਅਲੱਗ ਵਿਚਾਰ ਹੋ ਜਾਣੀ। ਕੱਲਾ ਇੱਕ ਓੰਕਾਰ, ਇੱਕ ਓੰਗ ਤੇ ਕਾਰ, ਕਾਰ ਦੀ ਆਪਾਂ ਵਿਚਾਰ ਕੀਤੀ ਕਿ ਇਹ ਇਸ਼ਾਰਾ ਤੇ ਸੰਸਕ੍ਰਿਤ ਦੇ ਵਿੱਚੋਂ ਇਹਦਾ ਪਿਛੋਕੜ ਆਉਂਦਾ ਹੈ, ਜਿਹਦਾ ਅਰਥ ਆਪਾਂ ਕਰਾਂਗੇ ਹੁਣ ਇੱਕ ਤੇ ਸਾਫ਼ ਸਪਸ਼ਟ ਹੀ ਵਿਚਾਰ। ਇੱਕ ਗਿਣਤੀਵਾਚਕ ਓੰਗ, ਓੰਗ ਦਾ ਅਰਥ ਕੀਤਾ ਪਵਿੱਤਰ, ਸਭ ਤੋਂ ਸ੍ਰੇਸ਼ਟ, ਉੱਚਾ। ਤੇ ਇਸ ਨੂੰ ਇੰਝ ਲਿਆ ਜਾਂਦਾ ਹੈ ਕਿ ਮਨੁੱਖ ਨੇ ਜਦੋਂ ਕੋਈ ਆਵਾਜ਼ ਮੁਖੋਂ ਕੱਢੀ ਆਰੰਭ ਵਿੱਚ, ਤੇ ਵੱਖ-ਵੱਖ ਤਰ੍ਹਾਂ ਦੀ ਵਿਚਾਰ ਹੈ ਇਹਦੇ ਸੰਬੰਧ ਵਿੱਚ। ਇੱਕ ਨੁਕਤਾ ਕਿ ਆਰੰਭ ਵਿੱਚ ਜਦੋਂ ਮਨੁੱਖ ਨੇ ਮੁੱਖ ਖੋਲ੍ਹਿਆ ਤੇ ਬੰਦ ਕੀਤਾ, ਤੇ ਇਹਦੇ ਮੁੱਖੋਂ ਜੋ ਧੁਨ ਨਿਕਲੀ ਹੈ ਉਹ ਹੈ ਓਮ। ਬਸ ਮੂੰਹ ਖੋਲ ਕੇ ਬੰਦ ਕਰ ਲਓ, ਓਮ ਹੋ ਜਾਂਦਾ। ਹੁਣ ਉਸ ਸ਼ਬਦ ਨੂੰ ਪਵਿੱਤਰ ਕਹਿੰਦੇ ਵੀ ਇਹ ਪਰਮਾਤਮਾ ਦੇ ਲਈ ਹੀ ਰੱਖੋ, ਉਹਦੇ ਲਈ ਹੀ ਵਰਤੋ, ਓੰਗ। ਹੁਣ ਨਾਨਕ ਜੀ ਕਹਿੰਦੇ ਕਿ ਓੰਗ ਨਹੀਂ, ਓੰਗ ਦਾ ਅਰਥ ਪਵਿੱਤਰ। ਜਿਸ ਪਵਿੱਤਰ ਦੀ, ਜਿਸ ਅਕਾਲ ਪੁਰਖ ਦੀ ਗੱਲ ਹੈ, ਓੰਗ ਦਾ ਅਰਥ ਇਹ ਪਰਮਾਤਮਾ ਦੇ ਨਿਮਿਤ ਹੋ ਗਿਆ। ਹੁਣ ਉਸ ਨੂੰ ਸੱਚ ਕਹੋ, ਪ੍ਰਕਾਸ਼ ਕਹੋ, ਨਾਮ ਕਹੋ, ਜੋਤ ਕਹੋ, ਨਾਦ ਕਹੋ, ਉਸ ਨੂੰ ਤੁਸੀਂ ਐਨਰਜੀ ਕਹੋ, ਪਦਾਰਥ ਕਹੋ, ਚਾਹੇ ਉਸ ਨੂੰ ਕੁਝ ਵੀ ਕਹੋ, ਕਿਉਂਕਿ ਗੁਰੂ ਸਾਹਿਬ ਬਾਣੀ 'ਚ ਕਹਿੰਦੇ ਵੀ ਉਹਦਾ ਕੋਈ ਇੱਕ ਨਾਮ ਨਹੀਂ, ਤੇ ਹਜੂਰ ਕਹਿੰਦੇ ਅਨਾਮ ਹੈ। ਤੇ ਨਾਮ ਤੋਂ ਤੇ ਬਾਹਰ ਹੀ ਹੈ। ਜੇ ਤੁਸੀਂ ਕਹੋ ਕਿ ਆਹ ਨਾਮ ਵਾਹਿਗੁਰੂ ਰੱਖਿਆ ਤੇ ਬਈ ਇਹੀ ਨਾਮ ਹੁੰਦਾ ਉਹਦਾ, ਤੇ ਇਹ ਗੱਲ ਪੱਕੀ ਪੂਰੀ ਨਹੀਂ ਹੈ। ਹਜੂਰ ਨਹੀਂ ਦਾਵਾ ਕਰਦੇ ਕਿ ਜੇ ਤੁਸੀਂ ਅੱਲਾ ਕਹਿਣ ਵਾਲੇ ਕਹਿਣ ਕਿ ਅੱਲਾ ਹੀ ਉਹਦਾ ਨਾਮ ਹੁੰਦਾ, ਪਾਤਸ਼ਾਹ ਜੀ ਦੀ ਬਾਣੀ ਨਹੀਂ ਕਹਿੰਦੀ।
गुरु साहब जी की विचार बड़ी खुली है, बड़ी शिखर दी है और सारी यूनीवर्सल नूं कलावे विच लैंदी है, पूरे ब्रह्मंड नूं। जो आपां पहलां भी विचारदे हां कि ये गल तुसीं किसी भी ग्रह ते बह के कर सकदे हो, किते भी कर लो, किसे ते भी लागू हो जाएगी, क्योंकि इत्थे गल कल्ली धरती दी है ही नहीं, इत्थे गल असंख दी है। ऐसा अकाल पुरख, ओनू ओदा हुण एक नाम इत्थे रख लिया ओंग, एक ओंकार। कार दा अर्थ हुंदा जिवें बाणी दे विच शब्द है, किंकनी शब्द चनतकार खेल पाहे जियो। चनतकार, नन्नाकार, धुनकार, ਧੁਨ ਧੁਨ ਕਾਰ ਬਾਣੀ ਵਿੱਚ ਸ਼ਬਦ ਆਉਂਦਾ। ਜਦੋਂ ਕਾਰ ਸ਼ਬਦ ਜੁੜਦਾ ਕਿਸੇ ਸ਼ਬਦ ਨਾਲ, ਧੁਨ ਦਾ ਅਰਥ ਹੋਇਆ ਆਵਾਜ਼, ਧੁਨਕਾਰ ਦਾ ਅਰਥ ਹੋਇਆ ਜਿਹੜੀ ਆਵਾਜ਼ ਲਗਾਤਾਰ ਇੱਕ ਰਸ ਆਏ। ਉਸ ਸ਼ਬਦ ਦੇ ਵਿੱਚ ਵਿਚਾਰ ਹੈ ਧੁਨ ਧੁਨਕਾਰ ਜਾਂ ਚਨਤਕਾਰ। ਕਿੰਕਨੀ ਸ਼ਬਦ ਚਨਤਕਾਰ ਖੇਲ ਪਾਹੇ ਜਿਓ। ਕਿੰਕਨੀ ਤੜਾਗੀ ਉਹ ਸ਼ਬਦ ਦੇ ਅਰਥ ਵੱਖਰੇ ਨੇ, ਫਿਰ ਵਿਸ਼ੇ ਤੋਂ ਬਾਹਰ ਆਪਾਂ ਨਹੀਂ ਜਾਣਾ। इन्ना की केवल विचारिए धुन धुनकार, धुन आवाज़, धुनकार वो आवाज़, वो धुन जो लगातार एक रस है। कार दा अर्थ हो गया लगातार एक रस। परमात्मा प्रभु जिहड़ा पवित्र है, सच्चा है, कोई भी उसनूं आधार दे रूप विच आपां कह लईए सच, सच्चा, ओंकार, अकाल पुरख, परमात्मा, वाहिगुरु, अल्लाह, राम, बीठल, ठाकुर, जो भी उस दे नाम ने, भावें अंग्रेजी च, अरबी च, फारसी च, कन्नड़ च, जिवें भी किसी भी लिपि दे विच उस दी गल हो रही है। ऐसा प्रभु परमात्मा एक रस लगातार हरेक थां व्यापक है। ओंग है, सब तो श्रेष्ठ है, ते जिस दी ये गल हो रही है ਉਹਦੀ ਕੀ ਵੱਡੀ ਪਹਿचान है, एक कि वो एक है। भी ਜਿਹਦੀ ਨਾਨਕ ਜੀ ਕਹਿੰਦੇ ਮੈਂ ਗੱਲ ਕਰਦਾ ਉਹ ਇੱਕ ਹੈ। ਹੁਣ ਜਿੱਥੇ ਇਹ ਵਿਚਾਰ ਪਹਿਲਾਂ ਸੀ ਉਹ ਇੰਜ ਹੈ ਕਿ ਭਾਈ ਤਿੰਨ ਨੇ ਤੇ ਤਿੰਨਾਂ ਨੇ ਸੰਸਾਰ ਨੂੰ, ਇੱਕ ਨੇ ਰਚਿਆ, ਇੱਕ ਪਾਲਦਾ ਤੇ ਇੱਕ ਮਾਰਦਾ। ਗੁਰਬਾਣੀ ਦੀ ਵਿਚਾਰ ਹੈ ਬ੍ਰਹਮਾ ਵਿਸ਼ਨ ਸਿਰੇ ਤੈ ਅਗਨਤ। ਕਹਿੰਦੇ केते ब्रह्मे घाड़त घड़िया रूप रंग के वेस। नानक जी कहते अगे बाणी विच आपां विचारांगे भी किन्ने ही ब्रह्मा, ईश्वर, गोरख, हजूर इन्ना क नहीं मानते। ते इस गल नूं जदों विग्यान विचारदा जां आपां सरल ही इहनूं विचारदे हां ना अपने जीवन च कि वेखो ऐसा किवें हो सकदा है कि इन्ना वड्डा ब्रह्मंड है, ਉਹਦੇ ਵਿੱਚ ਧਰਤੀ ਨੂੰ ਆਪਾਂ ਸਮਝਣ ਵਾਸਤੇ ਕਹਿ ਲੈਂਦੇ ਕਿ ਰੇਤ ਦੇ ਕਿਣਕੇ ਵਾਂਗੂ ਹੈ ਧਰਤੀ। ਵੈਸੇ ਇਹ ਵੀ ਜ਼ਿਆਦਾ ਮੈਂ ਕਹਿ ਰਿਹਾ, ਜੇ ਸਾਰੇ ਬ੍ਰਹਮੰਡ ਜਿੰਨਾ ਕੁ ਨਜ਼ਰ ਆ ਗਿਆ ਉਹਦੇ ਵਿੱਚ ਤੇ ਰੇਤ ਦਾ ਕਿਣਕਾ ਵੀ ਜ਼ਿਆਦਾ ਵੱਡਾ ਹੈ ਤੇ ਧਰਤੀ ਉਹਦੇ ਤੋਂ ਵੀ ਛੋਟੀ ਹੈ। ਇੰਨੇ ਵੱਡੇ ਬ੍ਰਹਮੰਡ ਵਿੱਚ ਅਕਾਲ ਪੁਰਖ ਓੰਕਾਰ, ਇੱਕ ਓੰਕਾਰ ਕੱਲਾ ਇਸ ਰੇਤ ਦੇ ਕਿਣਕੇ ਤੇ ਹੀ ਜੀਵਨ ਬਣਾਏਗਾ, ਵੀ ਬਾਕੀ ਵੈਸੇ ਹੀ ਰਚ ਦਿੱਤਾ ਗਿਆ। ਹਜੂਰ ਕਹਿੰਦੇ ਉਹਦੇ ਵਿੱਚ ਅਗਲੀ ਵਿਚਾਰ ਇਹ ਹੈ, ਚਾਹੇ ਉਹ ਜਾਰਜ ਲੈਮੈਂਟਰੇ ਨੇ ਥਿਉਰੀ ਬਾਅਦ ਵਿੱਚ ਦਿੱਤੀ ਕਿ ਬਿਗ ਬੈਂਗ ਹੈ, ਜਾਂ ਉਹ ਵਿਚਾਰ ਡਾਰਵਿਨ ਦੀ ਥਿਉਰੀ ਆ ਗਈ ਵੀ ਅੱਗੇ ਵਿਕਾਸਵਾਦ ਦਾ ਸਿਧਾਂਤ, ਪਰ ਮੂਲ ਜਿਹੜੀ ਵਿਚਾਰ ਸਰਲ ਹੀ ਆਪਾਂ ਨਾ ਵੀ ਇਹਨਾਂ ਗੱਲਾਂ 'ਚ ਜਾਈਏ, ਪਾਸੇ ਹੀ ਰੱਖ ਦਈਏ ਸਾਰਾ ਕੁਝ ਤੇ ਸਿੱਧੀ ਜਿਹੀ ਗੱਲ ਇਸੇ ਤਰ੍ਹਾਂ ਨਾ ਹਜੂਰ ਕਹਿੰਦੇ ਵੀ ਇਹ ਰੇਤ ਦੇ ਕਿਣਕੇ ਤੇ ਕਈ ਵਾਰੀ ਬਦਲਾਵ ਹੋਇਆ। ओपत परलो पता नहीं किन्नी क वारी होई ते किन्नी क वारी आए ते गए, तेरे वर्गे दी ते इत्थे गिणती कोई नहीं। भी तू अपने आप नूं की बनदा की समझदा। इत्थे ऐसे जिस आसण हम बैठे केते बैस गया। कोई आए कई इस मिट्टी विचों मिट्टी नूं खोद के कई जाने इत्थे अस्थियां। नानक जी ये अपवित्र जगह हजूर कहंदे जिहड़ी पवित्र तैनूं लभदी ओ लभ लै, तू जिन्नूं सुच्ची कहना वो ज़्यादा सुच्ची होवेगी। ये सारी विचार ये ज्ञान किने दिता है? गुरु साहब जी ने, गुरमत ने, धन गुरु ग्रंथ साहब जी ने। इनू जदों साइंसदाना ने पढ़िया, विद्वाना ने पढ़िया, वाकई जिन्हों ने पढ़िया कमाया उन्हों की गल है कि उन्होंने फिर सिर चुकाया है। हाँ वो गल साडे लिए इस तरह है भी ठीक है, भी रीति रिवाज है, हाँ मत्था टेक लिया, दिहाड़ा मना लिया, वो गल एक छोटा जिहा हिस्सा ही है गुरमत का।
ਵਾਕਿਆ ਹੀ ਜਿਹੜੀ ਗੁਰਮਤ ਹੈ, ਜੋ ਹਕੀਕਤ ਵਿੱਚ ਜੇ ਆਪਾਂ ਕਹੀਏ ਤੇ ਜੇ ਵੈਸੇ ਐਸਾ ਕਹੀਏ ਵੀ ਮੈਂ ਗੁਰੂ ਸਾਹਿਬ ਜੀ ਨੂੰ ਪਿਆਰ ਕਰਦਾ, ਮੈਂ ਗੁਰੂ ਸਾਹਿਬ ਜੀ ਨੂੰ ਮੰਨਦਾ, ਤੇ ਮੰਨਣਾ ਇਹੀ ਹੁੰਦਾ ਹੈ। ਸਵੇਰ ਦੇ ਦੀਵਾਨਾਂ 'ਚ ਆਪਾਂ ਵਿਚਾਰਿਆ ਸੀ ਵੀ ਗੁਰੂ ਸਾਹਿਬ ਜੀ ਦੀ ਗੱਲ ਮੰਨੇ। ਹੁਣ ਮੰਨਦਾ ਤੇ ਹੈ ਹੀ ਨਹੀਂ, ਉਂਝ ਕਹੀ ਜਾਓ, ਕਹਿਣ ਨੂੰ ਐਸੀ ਭੀੜ ਹੈ। ਤੇ ਇਹਦੇ ਵਿੱਚ ਵਿਦਵਾਨ ਕਹਿੰਦੇ ਵੀ ਵਾਕਿਆ ਹੀ ਜੇ ਸੱਚ ਦੀ ਵਿਚਾਰ ਹੈ, ਜੇ ਇਸ ਨੂੰ ਕਮਾਉਣ ਦੀ ਗੱਲ ਹੈ, ਤੇ ਹਜੂਰ ਆਪ ਵੀ ਕਹਿੰਦੇ ਵੀ ਵਿਰਲੇ ਹੀ ਨੇ, ਤੇ ਐਸਿਆਂ ਦੀ ਗਿਣਤੀ ਵਧਾ ਕੇ ਫਾਇਦਾ ਵੀ ਕੋਈ ਨਹੀਂ, ਕੋਈ ਫਾਇਦਾ ਨਹੀਂ। ਕਈ ਲੋਕ ਕਹਿੰਦੇ ਵੀ ਲੰਗਰ ਬਹੁਤੇ ਲਾਓ ਤਾਂ ਵੱਧ ਆਉਣਗੇ, ਤੇ ਮੈਂ ਤੇ ਇਹਨੂੰ ਸਿੱਧੇ ਇਸੇ ਤਰ੍ਹਾਂ ਕਹਿਣਾ ਵੀ ਜਿੰਨੇ ਲੰਗਰ ਦੇ ਲਾਲਚ ਨੂੰ ਹੀ ਗੁਰੂ ਸਾਹਿਬ ਕੋਲ ਆਉਣਾ ਹੈ, ਵੀ ਐਸੇ ਦਾ ਬਹੁਤਾ ਕੋਈ ਲਾਭ ਵੀ ਨਹੀਂ, ਨਾ ਆਵੇ ਕਰੇ ਕੋਈ ਗੱਲ ਨਹੀਂ। ਵੀ ਇਹ ਕੀ ਗੱਲ ਹੋਈ ਵੀ ਬਹੁਤੇ ਜੰਕ ਫੂਡ ਖਵਾਓਗੇ ਤੇ ਆਉਣਗੇ। ਐਸਾ ਮਨੁੱਖ ਆ ਵੀ ਜਾਏਗਾ ਤੇ ਕਿੰਨਾ ਕੁ ਟਿਕ ਸਕਦਾ? ਜੇ ਐਸਿਆਂ ਨੂੰ ਕਿਰਪਾਨਾਂ ਤੁਸੀਂ ਪਵਾ ਵੀ ਦਿੱਤੀਆਂ ਤੇ ਕਿੰਨੇ ਕੁ ਰਹਿ ਜਾਣਗੇ? ਇਸ ਲਈ ਉਹ ਭੀੜ ਦੇ ਵਿੱਚ ਵਿਰਲੇ ਹੀ ਨੇ। ਤੇ ਵਾਕਿਆ ਹੀ ਜਿਹੜੇ ਹੈਗੇ ਇੰਜ ਨਹੀਂ ਕਿ ਉਹ ਬਸ ਉਹੀ ਜੰਗ ਜੁੱਧ ਲੜਾਈ ਝਗੜਾ, ਨਾ, ਨਾਮ ਬਾਣੀ ਅਭਿਆਸੀ ਬਹੁਤ ਕੁਝ ਹੈਗਾ। ਨਾਨਕ ਜੀ ਦੇ ਉਹ ਜੜ੍ਹਾਂ ਕਾਇਮ ਨੇ, ਬੜੀ ਬੜੀ ਦੂਰ ਤੱਕ ਨੇ। ਇਸ ਸਾਰੀ ਵਿਚਾਰ ਨੂੰ ਕਰਕੇ ਹੀ ਵਿਦਵਾਨ ਕਹਿੰਦੇ ਵੀ ਇਹ ਗੱਲ ਭੁੱਲ ਜਾਓ ਕਿ ਮਿਟ ਜਾਏ। ਜਦੋਂ ਤੱਕ ਦੁਨੀਆ ਹੈ, ਧਰਤੀ ਹੈ, ਉਦੋਂ ਤੱਕ ਤੁਸੀਂ ਐਸਾ ਨਾ ਕਹੋ ਕਿ ਜੋ ਮੂਲ ਰੂਪ ਹੈ ਪਰਮਾਤਮਾ ਦਾ ਉਹ ਮੁੱਕ ਜਾਏਗਾ। ਸੋ ਫਿਰ ਵਿਚਾਰ ਵੱਲ ਹੀ ਆ ਜਾਈਏ। ਇੱਕ ਓੰਕਾਰ ਐਸਾ ਅਕਾਲ ਪੁਰਖ ਹਜ਼ੂਰ ਨੇ ਆਖਿਆ ਵੀ ਇਹਨਾਂ ਤੋਂ ਵੀ ਪਹਿਲਾਂ ਹੈ। ਤੁਸੀਂ ਕਹਿੰਦੇ ਤਿੰਨ, ਪਰ ਤਿੰਨਾਂ ਦੇ ਮੁੱਢ ਵਿੱਚ ਇੱਕ ਇਹਨਾਂ ਨੂੰ ਬਣਾਉਣ ਵਾਲਾ। ਗੱਲ ਆਪਾਂ ਇੱਥੋਂ ਵਿਚਾਰੀ ਸੀ ਕਿ ਐਸਾ ਅਸੀਂ ਕਿਉਂ ਸੋਚੀਏ ਵੀ ਇਸ ਰੇਤ ਦੇ ਕਿਣਕੇ ਤੇ ਜੀਵਨ ਹੈ ਤੇ ਬਾਕੀ ਕਿਤੇ ਜੀਵਨ ਨਹੀਂ ਹੋ ਸਕਦਾ। ਹਜ਼ੂਰ ਕਹਿੰਦੇ ਕੇਤੀਆਂ ਖਾਣੀ ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ। ਇੱਥੇ ਕੋਈ ਜੀਵ ਇੰਨੇ ਕਿ ਤੁਸੀਂ ਅੰਤ ਹੀ ਨਹੀਂ ਪਾ ਸਕਦੇ। ਹੁਣ ਉਸ ਨੂੰ ਵਿਗਿਆਨ ਭਾਵੇਂ ਬਾਅਦ ਵਿੱਚ ਕਹਿੰਦਾ ਵੀ ਏਲੀਅਨ ਦਾ ਸਾਨੂੰ ਪਤਾ ਲੱਗ ਗਿਆ, ਜਾਂ ਅਸੀਂ ਇਸ ਗੱਲ ਨੂੰ ਮੰਨਾਂਗੇ। ਭਾਈ ਤੁਸੀਂ ਹੁਣ ਮੰਨੋ, ਕਹੋ। ਫਿਰ ਇਹਦੇ ਵਿੱਚ ਇੱਕ ਗੱਲ ਐਸਾ ਅਸੀਂ ਕਿਉਂ ਮੰਨਦੇ ਹਾਂ ਕਿ ਜਿਹੜੇ 17ਵੀਂ 18ਵੀਂ ਸਦੀ 'ਚ ਮਨੁੱਖ ਪੈਦਾ ਹੋਏ, ਉਹਨਾਂ ਨੂੰ ਹੀ ਬ੍ਰਹਮੰਡ ਦਾ ਗਿਆਨ ਹੋਇਆ ਕਿ ਜਿਹੜੇ ਪਰਮਾਤਮਾ ਅਕਾਲ ਪੁਰਖ ਨੇ ਪਹਿਲਾਂ ਪੈਦਾ ਕੀਤੇ ਉਹਨਾਂ ਨੂੰ ਗਿਆਨ ਕਿਉਂ ਨਹੀਂ ਹੋ ਸਕਦਾ? ਐਸਾ ਕਿਉਂ ਕਹੀਏ ਵੀ 1000 ਸਾਲ ਪਹਿਲਾਂ ਜਿਹੜਾ ਮਨੁੱਖ ਧਰਤੀ ਤੇ ਪੈਦਾ ਹੋਇਆ ਹੋਵੇਗਾ ਕਿ ਉਹਨੂੰ ਗਿਆਨ ਨਹੀਂ ਹੋਇਆ ਹੋਵੇਗਾ? 5000 ਸਾਲ ਪਹਿਲਾਂ, 10,000 ਸਾਲ ਪਹਿਲਾਂ, 1 ਕਰੋੜ ਸਾਲ ਪਹਿਲਾਂ। ਇੱਥੇ ਤਾਂ ਅਸੰਖ ਦੀ ਗੱਲ ਹੈ, ਇੱਥੇ ਤੇ ਕਰੋੜਾਂ ਦੀ ਗੱਲ ਹੈ, ਵੀ ਗਿਣਤੀ ਹੀ ਕੋਈ ਨਹੀਂ। ਐਸਾ ਕਹਿਣਾ ਵੀ ਹੁਣ ਹੀ ਖੋਜ ਹੋਈ, ਜਾਂ ਜਿਹਨੂੰ ਐਸਾ ਕਿਹਾ ਜਾਂਦਾ ਹੈ ਵੀ ਤਰੱਕੀ ਕਰਕੇ, ਤਰੱਕੀ ਕਾਦੀ, ਇਸ ਨੂੰ ਕਾਦੀ ਤਰੱਕੀ? ਤਾਂ ਮੈਂ ਤਾਂ ਨਹੀਂ ਮੰਨਦਾ ਵੀ ਤਰੱਕੀ ਜ਼ਿਆਦਾ ਤੇ ਬਰਬਾਦੀ ਹੀ ਹੈ। ਐਸਾ ਵੀ ਕਿਉਂ ਕਹੇ ਕੋਈ ਕਿ ਉਹਨੇ ਹੀ ਖੋਜਿਆ ਸੀ, ਬਸ ਜਿਹੜਾ ਆਹ ਵਾਲਾ ਸਾਇੰਟਿਸਟ ਹੋਇਆ ਹੈ, ਪਹਿਲਾਂ ਕੋਈ ਨਹੀਂ ਦੱਸ ਸਕਦਾ। ਕਿਉਂ ਨਹੀਂ ਦੱਸ ਸਕਦਾ? ਵਿਚਾਰ ਸੁਰਤ ਓਡੀ ਹੋਵੇ ਜੋ ਨਾਨਕ ਜੀ ਤੇ ਬਖਸ਼ਿਸ਼ ਹੈ। ਹੁਣ ਨਾਨਕ ਜੀ ਕਹਿੰਦੇ ਵੀ ਤਿੰਨ ਹੀ ਕਿਉਂ, ਤਿੰਨਾਂ ਤੋਂ ਪਹਿਲਾਂ ਦੀ ਮੈਂ ਗੱਲ ਕਰਦਾ, ਐਸੇ ਤਿੰਨ ਹੀ ਬਣੇ। ਹਜ਼ੂਰ ਕਹਿੰਦੇ ਓੰਕਾਰ ਬ੍ਰਹਮਾ ਉਤਪਤ, ਓੰਕਾਰ ਤੋਂ ਬ੍ਰਹਮਾ ਉਤਪਤ ਹੋਇਆ। ਤੇ ਬ੍ਰਹਮਾ ਇੱਕ, ਤੁਸੀਂ ਇੱਕ ਨੂੰ ਹੀ ਜਾਣਦੇ ਹੋਵੋਗੇ। ਇੱਥੇ ਜੇ ਉਸ ਤਰ੍ਹਾਂ ਤੁਸੀਂ ਵਿਚਾਰੋ ਤੇ ਐਸੀਆਂ ਬ੍ਰਹਮਾ ਵਿਸ਼ਨ ਸਿਰੇ ਤੈ ਅਗਣਤ, ਅਣਗਿਣਤ ਐਸੀਆਂ ਚੀਜ਼ਾਂ ਮਾਲਕ ਨੇ ਸਿਰਜੀਆਂ, ਕਈ ਵਾਰੀ ਬਣੀਆਂ, ਕਈ ਵਾਰੀ ਮਿਟੀਆਂ, ਕੋਈ ਭੇਦ ਕੋਈ ਅੰਤ ਨਹੀਂ। ਐਸੇ ਇੱਕ ਦੀ ਗੱਲ ਹੈ। ਹੁਣ ਉਸ ਇੱਕ ਨੂੰ ਤੁਸੀਂ ਕਹੋ ਪ੍ਰਕਾਸ਼, ਚਾਹੇ ਉਸ ਨੂੰ ਤੁਸੀਂ ਕਹੋ ਡਾਰਕ ਐਨਰਜੀ ਹੈ, ਚਾਹੇ ਤੁਸੀਂ ਉਹਨੂੰ ਕਹੋ ਕਿ ਪੋਜ਼ਿਟਿਵ ਐਨਰਜੀ ਹੈ, ਚਾਹੇ ਉਸ ਨੂੰ ਕਹੋ ਸੱਚ, ਚਾਹੇ ਕਹੋ ਨਾਮ, ਚਾਹੇ ਕਹੋ ਹਰੀ, ਚਾਹੇ ਵਾਹਿਗੁਰੂ ਕਹਿ ਲਓ, ਅੱਲਾ ਕਹੋ, ਕੋਈ ਵੀ। ਉਹਦੇ ਇੱਕ ਕਿਰਤਮ ਨਾਮ ਵੀ ਰੱਖੇ ਨੇ, ਜੋ ਜੋ ਉਹਦੇ ਗੁਣ ਨੇ ਉਹ ਵੀ ਨਾਮ ਨੇ, ਜੋ ਉਹਦੇ ਗੁਣ ਨਹੀਂ ਉਹ ਵੀ ਨਾਮ ਨੇ। ਤੇ ਗੁਰੂ ਸਾਹਿਬ ਐਸਾ ਸਾਰਾ ਕੁਝ ਕਹਿਣ ਤੋਂ ਬਾਅਦ ਵੀ ਇਹ ਗੱਲ ਹੀ ਕਹਿੰਦੇ ਨੇ ਕਿ ਭਾਈ ਅਸੀਂ ਤੇ ਅੰਤ ਨਹੀਂ ਪਾ ਸਕਦੇ। ਹਾਂ, ਤੁਹਾਡੇ ਜੋ ਕੋਈ ਹੋਵੇ ਸਿਆਣਾ ਤੇ ਪਾ ਲਿਓ ਭਾਈ, ਜਾਂ ਤੁਸੀਂ ਜੇ ਐਸਾ ਕਹੋ ਕਿ ਸਾਨੂੰ ਜ਼ਿਆਦਾ ਗਿਆਨ ਹੋ ਗਿਆ ਤੇ ਭਾਈ ਹੋ ਗਿਆ ਹੋਵੇਗਾ। ਉਹਦੇ ਵਿੱਚ ਫਿਰ ਮੂਰਖ ਨਾਲ ਨਾ ਲੁੱਝ ਗਿਆ। ਉਹ ਵੀ ਵਿਚਾਰਾਂ ਸਾਰੀਆਂ ਨੇ ਕਿ ਭਾਈ ਜੇ ਤੁਹਾਨੂੰ ਵੀ ਐਸਾ ਗਿਆਨ ਹੋ ਜਾਏ ਤੇ ਜ਼ਿਆਦਾ ਵੀ
इस दी विचार तुसी नहीं कर सकते। ये इतिहास गवाह रहा कि जो भी सच दा जाणू हो गया, जिन्हों पूर्ण प्रकाश है, वो दूजे किसे नूं किवें मना ले, वो गल बड़ी औखी है। चलो हुण फिर आपां इसे विचार वाल आउंदे आ। एक ओंकार, अकाल पुरख एक ओंग, ओ पवित्र सरगुण स्वरूप वाहिगुरु कार एक रस लगातार व्यापक है। हुण एक रस लगातार दी आपां गल समझ लईए। एक ओंकार कार दा इन्हां की अर्थ है लगातार, चनतकार भाव जिहड़ी छनकार एक रस मिठी मिठी लगातार आवे। परमात्मा दी विचार ओ एनर्जी, ओ एक शक्ति, ओ जोत प्रकाश इंज नहीं है कि थोड़ी देर है फिर रुक जाता है या किते टुटदा ते किते बनदा है। लगातार है, लगातार है और एक रस है, ज़्यादा या घट नहीं है। जिवें आपां दो हत्थां नाल ताली वजाइए ते जदों तक दोवें हत्थ टकराउण उदों ते आवाज़ आवेगी, जदों हत्थ दा टकराव रुकिया ते आवाज़ नहीं आउणी। इनू कहांगे कि ऐसी आवाज़ कि जिहड़ी रुकावट दे नाल है, भी टुटदी है फिर हो जाती है फिर रुक जाती है। लगातार दा भाव हुंदा एक रस। ये भी अकाल पुरख नूं बयानण दे लई शब्द वरते ने। कोशिश कीती है, ऐसा कहा है कि हाँ भाई उसनूं इंज जाणो, वो एक है, ਉਹਦੇ ਤੋਂ ही सारा आलम सिरजिया गया है। ते इस नूं ही बाद दी विचार विच इंज खोजिया गया है कि एक धमाके तो ब्रह्मंड रचिया। हुण वो विचार इदां है कि जिवें जॉर्ज लेमेंट्रे दी थ्योरी है कि वो धमाका बिग बैंग हो गया तो वो धमाके तो फिर फैलाव हो ही गया, चीज़ां बनी गईयां अगे तो अगे जीवन। ते अज दी ये खोज है कि ये फैली जा रहा, फिर रुकिया नहीं है, फैलता जा रहा होर ज़्यादा। सिरा आखिरी केड़ा है, शुरू कित्थों है, कोई पता नहीं है। हुण पहला पहला कुछ कुछ नाम रखे सन, हुण नाम भी नहीं रखते भी ज़्यादा। AB2 पता नहीं होर अगे तो अगे भी होर ही नाम दई जाते। वो परेशान ने खुद ही भी आ लभ गया जा लभ गया, किहड़ा किहड़ा नाम दईए, किनू किनू ध्यान विच रखीए। हुण इस सारे कुछ दे मूल विच की है एक ओंकार। वो हुण व्यापक है, लगातार एक रस। हुण वो लगातार एक रस है। ऐसा अकाल पुरख एक ओंकार सत नाम, जेदा नाम सत है, सदीवी होंद वाला है। भाव जो आउंदा जांदा नहीं है, सारे पसारे दे विच बनदा टुटदा वो नहीं है। ये पदार्थ बनदे ते टुटदे ने, वो आउंदा जांदा नहीं है। वो है लगातार है, आउंदा जांदा नहीं है, करता। जद वो करन वाला सारा कुछ ते उहदा एक नाम हो गया करता, कि वो करता भी है, करदा, क्रिएटर है, करता है। पुरख, पुरख दे एक अर्थ कीते कि जिवें किते कोई जिवें लेटिया होवे किसी चीज़ दे विच समाया होवे। पुरख दा दूजा अर्थ है पुरुषवाचक, कि उसनूं आपां पुरुषवाचक मनदे आ। बहुता जिहड़ा इत्थे ढुकवां ते वरतिया जांदा है पुरख, उहदा अर्थ है भी हरेक दे विच व्यापक है, हरेक दे विच वसदा है, भी कुछ ऐसा नहीं कि जो उस तो बाहर है, हरेक दे विच वसदा है। उहनूं कहंदे ने पुरख। सर्ब व्यापक है, घट घट दे विच वसिया होया है। पुरख जिस नूं सौखा समझण लई इंज आपां कहा कि जिवें मानो ये सारी रचना रच के दे विच लेटिया होया आप ही है। हर का सब शरीर है, हर रव रहा सब आपे। परमात्मा का ही ये सारा शरीर है। हुण जिन्ने ब्रह्मंड नूं देख लो, जिन्ना क ध्यान च आ जाए, समझो ये सारा कुछ रब ही है, परमात्मा ही है। ये विचार इस तरह है। हुण ये जिन्नी भी आपां विचार कर रहे, ये मेरी अपनी कोशिश है ते गुरु साहब जी की बख्शिश कृपा जो सुमत सतगुरु जी ने दी, ये तां मैं शब्द वरत रहा
कि दूजे दूजे विद्वानां जां ਵੱਖ-ਵੱਖ विद्वानां ने कल्ली इसे बाणी दे बहुत तरीक़िਆਂ नाल अर्थ कीते ने, अगे भी कीते जाणगे। ऐसा नहीं कि वो गलत ने, मैं कहाँ कि मैं ज़्यादा ठीक हाँ। हाँ, पर मैं कल्ली पढ़ी विचार तक सीमित नहीं रहिंदा। ये मेरा सुभाव, मेरी आदत है कि मेरी आत्मा जो मन्ने, मैनू जो लगे खुद नूं भी, ते मैं उही बोलदा। बाकी विचार बहुती बोली ही नहीं जाती भी, जिहदा मैनू नहीं पता हुण उहदे विच मैं ज़्यादा की बोल लवां जां की दस लवां। सीधी स्पष्ट जी गल है कि जिन्ना क पढ़े आपां, जिन्ना क विद्वानां नूं सुनिया, विद्वानां कोलों ज्ञान लिया, ते गुरु साहिब जी दी बख्शिश किरपा भी बाणी नूं पढ़िया विचारिया, इहदे विच होर जिहड़ी बाणी पढ़ी विचारी है वो सारी इहदे विच शामिल हो जाती है। क्योंकि ये तां आरंभ है ना, सारे गुरु ग्रंथ साहिब जी दे विच तां ही विद्वान कहंदे भी इहदा सार है, सारा इहदा सार है, तत्त है अगे भी। जिहड़ी गल इत्थे नहीं समझ आ रही भी होर पढ़ लो, विचार लो, ये हुण अध्ययन की गल है सारी। हुण गुरु साहिब जी इत्थे कहिंदे पुरख दी आपां विचार कीती भी वो सारियां दे विच समाया होया। लगातार पहलां आपां गल कीती एक रस व्यापक है, ते पुरख दा भाव हो गया सारियां दे विच वसदा है, सारियां विच रमिया होया है। जिवें आपां सौखा इनू इंज समझ लईए कि मान लो कि एक हाथी है, ते हाथी दे उत्ते छोटे छोटे किरम होण, ते कीड़ियां फिरदियां होण, होर छोटे कीड़े मकोड़े बहुत कुछ होवे, पूरे दा पूरा हाथी है। उंज समझो पूरे दा पूरा ब्रह्मांड है, अकाल पुरख एक। ते ਉਹਦੇ ਵਿੱਚ ਹੁਣ ਹਾਥੀ ਦੇ ਉੱਤੇ ਜੋ ਵੀ ਜੀਵ ਨੇ, ਅਸੀਂ ਕਵਾਂਗੇ ਹਾਥੀ ਦੇ ਵਿੱਚ ਹੀ ਨੇ, ਹਾਥੀ ਇਹਨਾਂ ਵਿੱਚ ਹੈ। ਇੰਜ ਕਹੋ ਇਹ ਹਾਥੀ ਦਾ ਰੂਪ ਨੇ, ਇਹ ਇਹਦੇ ਤੋਂ ਬਾਹਰ ਨਹੀਂ ਹਨ। ਕੇਵਲ ਸਮਝਣ ਲਈ ਆਪਾਂ ਉਦਾਹਰਣ ਵਰਤ ਰਹੇ ਹਾਂ, ਆਸਾਨ ਜੀ ਹੋ ਜਾਏ, ਕੋਸ਼ਿਸ਼ ਹੀ ਹੈ। ਹਾਂ, ਵਿਚਾਰ ਸਿਧਾਂਤਕ ਹੈ, ਫਿਲਾਸਫੀ ਵਾਲੀ ਹੈ, ਥੋੜਾ ਹਰੇਕ ਨੂੰ ਸਮਝਣ ਵਿੱਚ ਆਸਾਨੀ ਨਹੀਂ ਹੁੰਦੀ ਜੇ ਗੁਰਬਾਣੀ ਸਾਡੀ ਪਕੜ 'ਚ ਨਹੀਂ ਹੈ। ਤੇ ਪਕੜ ਵਿੱਚ ਹੈ ਜੇ ਗੁਰਬਾਣੀ ਦੀ ਵਿਚਾਰ, ਤਾਂ ਫਿਰ ਇਸ ਤਰ੍ਹਾਂ ਦੀ ਵਿਚਾਰ ਛੇਤੀ ਸਾਡੀ ਸਮਝ ਵਿੱਚ ਆਉਂਦੀ ਹੈ। ਸੋ ਇੱਥੇ ਜੋ ਵਿਚਾਰ ਪੁਰਖ ਦੀ ਵੀ ਉਹ ਸਰਵ ਵਿਆਪਕ ਪ੍ਰਮਾਣ ਬਹੁਤ ਸਾਰੇ ਨੇ ਬਾਣੀ ਦੇ, ਆਪਾਂ ਕੇਵਲ ਅਰਥੀ ਕਰੀਏ ਕਿ ਉਹ ਘਟ ਘਟ ਦੇ ਵਿੱਚ ਰਮਿਆ ਹੋਇਆ ਉਹ ਸਾਰੇ ਪ੍ਰਮਾਣ ਹੈਗੇ ਕਿ ਉਹ ਹਰੇਕ ਦੇ ਵਿੱਚ ਸਮਾਇਆ ਹੋਇਆ। ਅਗਲਾ ਸ਼ਬਦ ਹੈ ਨਿਰਭਉ, ਨਿਰਵੈਰ। ਭਉ ਉਸ ਨੂੰ ਕਿਸੇ ਦਾ ਡਰ ਨਹੀਂ, ਉਹ ਨਿਰਭਉ ਹੈ, ਭਉ ਤੋਂ ਰਹਿਤ ਹੈ। ਨਿਰਵੈਰ, ਉਹਦਾ ਕਿਸੇ ਨਾਲ ਵੈਰ ਨਹੀਂ ਹੈ, ਵੈਰ ਤੋਂ ਵੀ ਰਹਿਤ ਹੈ। ਇਹਦੇ ਵੀ ਵਿਚਾਰ ਆਪਾਂ ਲੰਮੀ ਚੌੜੀ ਵੀ ਕਰ ਸਕਦੇ ਹਾਂ, ਜਿੰਨੀ ਵੀ ਇਸ 'ਤੇ ਵਿਚਾਰ ਕੀਤੀ ਜਾਏ ਥੋੜ੍ਹੀ ਹੈ। ਅਕਾਲ, ਕਾਲ ਤੋਂ ਰਹਿਤ ਹੈ, ਸਮੇਂ ਤੋਂ ਵੀ ਬਾਹਰ ਹੈ। ਬਾਕੀ ਚੀਜ਼ਾਂ ਸਮੇਂ ਦੇ ਅਧੀਨ ਆਉਂਦੀਆਂ। ਇਹ ਸਭ ਗ੍ਰਹਿ ਨਛੱਤਰ ਬ੍ਰਹਮੰਡ, ਕਿਤੇ ਕਿਸੇ ਤਰ੍ਹਾਂ ਸਮਾਂ ਲਾਗੂ ਹੋ ਰਿਹਾ, ਕਿਤੇ ਕਿਸੇ ਤਰ੍ਹਾਂ ਲਾਗੂ ਹੋ ਰਿਹਾ, ਪਰ ਉਹ ਆਪ ਕਾਲ ਦੇ ਅਧੀਨ ਨਹੀਂ ਹੈ, ਉਹ ਸਮੇਂ ਤੋਂ ਬਾਹਰ ਹੈ। ਅਕਾਲ ਮੂਰਤ, ਮੂਰਤ ਦੇ ਤੱਤੇ ਨੂੰ ਸਿਆਰੀ ਤੇ ਇਹਦੇ ਵਿਦਵਾਨਾਂ ਅਰਥ ਵਿਚਾਰੇ ਇਸ ਤਰ੍ਹਾਂ, ਤੇ ਉਹ ਇਸਤਰੀ ਵਾਚਕ ਰੂਪ ਦੇ ਵਿੱਚ ਮੂਰਤ ਦੇ ਅਰਥ ਕਰਦੇ ਨੇ ਕਿ ਉਸ ਦੀ ਮੂਰਤ, ਉਹਦੀ ਮੂਰਤ। ਜੇ ਬਈ ਉਸ ਨੂੰ ਅਸੀਂ ਸਰੂਪ ਦੇ ਰੂਪ ਵਿੱਚ ਦੇਖੀਏ ਤੇ ਉਹਦੀ ਮੂਰਤ ਜਿਹੜੀ ਹੈ ਉਹ ਕਾਲ ਤੋਂ ਰਹਿਤ ਹੈ। ਅਜੂਨੀ, ਉਹ ਜੂਨਾਂ ਵਿੱਚ ਨਹੀਂ ਆਉਂਦਾ, ਜੂਨਾਂ ਤੋਂ ਵੀ ਮੁਕਤ ਹੈ। ਸਹਿਭੰਗ, ਆਪਣੇ ਆਪ ਤੋਂ ਹੈ। ਸਵਯੰ ਵੀ ਇਹਦੇ ਅਰਥ ਕੀਤੇ ਜਾਂਦੇ। ਸਹਿਭੰਗ ਆਪਣੇ ਆਪ ਤੋਂ ਹੈ, ਉਹ ਸਭ ਕੁਝ ਜੋ ਨਿਰਮਤ ਹੋਇਆ, ਵੀ ਕਿਸੇ ਨੇ ਐਸਾ ਨਹੀਂ ਕੀਤਾ, ਕਿਸੇ ਨੇ ਐਸਾ ਨਹੀਂ ਆਖਿਆ ਕਿ ਚਲੋ ਹੁਣ ਬ੍ਰਹਮੰਡ ਬਣਾ ਦਈਏ ਜਾਂ ਐਸਾ ਐਸਾ ਕਰ ਦਿੱਤਾ ਜਾਏ। ਆਪਣੇ ਆਪ ਤੋਂ ਹੀ ਹੈ। ਜੇ ਇਸ ਦੇ ਹੋਰ ਮੁੱਢ ਵਿੱਚ ਜਾਂਦੇ ਹਾਂ ਤਾਂ ਵਿਚਾਰਾਂ ਬਹੁਤ ਇਸ ਤਰ੍ਹਾਂ ਦੀਆਂ ਵਿਸਥਾਰ ਭਰੀਆਂ। ਸੋ ਇੱਥੇ ਸਹਿਬੰਗ ਦਾ ਅਰਥ ਸਵਯੰ, ਆਪਣੇ ਆਪ ਤੋਂ, ਗੁਰ ਪ੍ਰਸਾਦ, ਐਸਾ ਅਕਾਲ ਪੁਰਖ ਜਿਹਦੀ ਗੱਲ ਨਾਨਕ ਜੀ ਕਰ ਰਹੇ ਨੇ ਇੱਕ ਓੰਕਾਰ ਦੀ, ਜਿਸ ਇੱਕ ਦੀ ਗੱਲ ਇਸ ਸਾਰੇ ਮੂਲ ਮੰਤਰ ਵਿੱਚ ਹੈ। ਉਹ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ। ਪ੍ਰਸਾਦ ਦਾ ਅਰਥ ਹੁੰਦਾ ਕਿਰਪਾ, ਗੁਰੂ ਦੀ ਕਿਰਪਾ ਦੇ ਨਾਲ ਹੀ ਮਿਲਦਾ ਹੈ। ਗੁਰੂ ਦੀ ਕਿਰਪਾ ਸਦਕਾ ਗਿਆਨ ਦੇ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ। ਜਿਸ ਤੇ ਅਕਾਲ ਪੁਰਖ ਦੀ ਮਿਹਰ ਹੋਵੇ ਤੇ ਕਰਮ ਹੋਵੇ, ਸਤ ਗੁਰੂ ਮਿਲਾਏ। ਸਵੇਰ ਦੇ ਦੀਵਾਨਾਂ ਵਿੱਚ ਇਹ ਸ਼ਬਦ ਆਪਾਂ ਵਿਚਾਰਿਆ ਕਿ ਜਦੋਂ ਜਿਸ ਤੇ ਪਰਮਾਤਮਾ ਦੀ ਬਖਸ਼ਿਸ਼ ਹੋਵੇ ਉਸ ਨੂੰ ਉਹ ਸਤਿਗੁਰੂ ਮਿਲਾ ਦਿੰਦਾ ਹੈ।
ਸਤਿਗੁਰੂ ਗਿਆਨ ਦਿੰਦਾ ਹੈ ਤੇ ਪਰਮਾਤਮਾ ਦੇ ਬਾਰੇ ਦੱਸਦਾ ਹੈ ਕਿ ਪਰਮਾਤਮਾ ਕੀ ਹੈ, ਸੱਚ ਕੀ ਹੈ, ਜੀਵਨ ਕੀ ਹੈ, ਜੀਵਨ ਤੂੰ ਜਿਉਣਾ ਕਿਵੇਂ ਹੈ, ਵਿਕਾਰ ਕੀ ਨੇ, ਕਰਮ ਕਾਂਡ ਕੀ ਨੇ, ਫੋਕਟ ਗੱਲਾਂ ਕੀ ਨੇ ਜਿਨ੍ਹਾਂ ਤੋਂ ਤੂੰ ਮੁਕਤ ਹੋਣਾ ਹੈ। ਤੇ ਇਹ ਸਾਰੀ ਵਿਚਾਰ ਨੂੰ ਬਾਣੀ 'ਚ ਕਿਹਾ ਜਾਂਦਾ ਹੈ ਜੀਵਨ ਜੁਗਤ। ਇਹ ਗੁਰਮਤਿ ਹੈ, ਗੁਰੂ ਸਾਹਿਬ ਜੀ ਦਾ ਗਿਆਨ। ਮੂਲ ਮੰਤਰ ਦੇ ਆਪਾਂ ਅਰਥ ਕੀਤੇ। ਇੱਥੋਂ ਹੀ ਮੁੜ ਕੱਲ੍ਹ ਦੇ ਦੀਵਾਨਾਂ ਵਿੱਚ ਇਸੇ ਵਿਚਾਰ ਨੂੰ ਅੱਗੇ ਵਧਾਵਾਂਗੇ। ਹਜ਼ੂਰ ਕਿਰਪਾ ਕਰਨ, ਇੰਨੀਆਂ ਬੇਨਤੀਆਂ ਪ੍ਰਵਾਨ ਕਰੋ। ਭੁੱਲਾਂ ਦੀ ਖਿਮਾ, ਗੁਰੂ ਬਖਸ਼ੀ ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।